ਥੋੜਾ ਜਿਹਾ ਸਾਡੇ ਇਲਮ 'ਚ ਇਜ਼ਾਫਾ ਕਰ ਦਿਓ। ਇਹਨੂੰ ਜਿਹੜਾ ਇੰਜਨ ਲੱਗਾ ਆਮ 85 ਵਾਲਾ ਹੀ ਆ, ਬਿਲਕੁਲ ਆਮ 85 ਵਾਲਾ ਤੇ ਆਮ 85 ਵਾਲੇ ਨੂੰ ਅਸੀਂ 4x4 ਕੰਪਨੀ ਨੇ ਕੀਤਾ, ਹਾਂਜੀ। ਤੇ ਇਹਦੇ ਕੋਈ ਇੰਜਨ ਦੇ ਉੱਤੇ ਇਜ਼ਾਫੀ ਲੋਡ ਤਾਂ ਨਹੀਂ ਆਉਂਦਾ ਇਹਦੇ ਨਾਲ? ਨਹੀਂ, ਇਹਦੇ ਇੰਜਨ ਤੇ ਇਜ਼ਾਫੀ ਲੋਡ ਨਹੀਂ ਹੁੰਦਾ। ਇਹ ਸਮਝ ਲਓ ਤੁਹਾਡੀ ਪਿੱਛੋਂ ਪੀਟੀਓ ਸ਼ਾਫਟ ਦੇ ਕਲਪ ਨੇ ਉੱਥੋਂ ਹੀ ਤੁਹਾਡੀ ਸ਼ਾਫਟ ਆ ਰਹੀ ਅੱਗੇ। ਸਹੀ, ਠੀਕ ਹੈ ਜੀ। ਉਹ ਸਮਝ ਲਓ ਇਹੀ ਹੋ ਗਿਆ ਨਾ, ਜਿਸ ਤਰ੍ਹਾਂ ਆਪਾਂ ਕਰਦੇ ਹੈਗੇ ਆ ਇੰਡੀਆ ਦੇ ਵਿੱਚ ਦੇਖਦੇ ਆ ਵੀ ਉਹ ਪਿੱਛੇ ਪੀਟੀਓ ਟਰਾਲੀ ਪਾਈ ਆ, ਹਾਂਜੀ, ਉਹ ਦੇਖੋ ਕਿੰਨੀ ਆਸਾਨੀ ਦੇ ਨਾਲ ਨਿਕਲਦੀ ਹੈ। ਹਾਂਜੀ। ਇਹ ਉਹੋ ਹੀ ਸਮਝ ਲਓ ਵੀ ਪੀਟੀਓ ਵਾਲਾ ਸਿਸਟਮ ਹੀ ਅੱਗੇ ਹੈ, ਟਾਇਰ ਵੀ ਅਗਲੇ ਟਾਇਰ ਵੀ ਹੈ ਇਹਨਾਂ ਦੀ, ਫਿਰ ਰੇਸ਼ੋ ਜਿਹੜੀ ਹੈਗੀ ਆ ਉਹਨਾਂ ਨੇ ਕੱਢੀ ਹੁੰਦੀ ਹੈ। ਲਓ ਜੀ ਦੋਸਤੋ, ਅੱਜ ਆਪਾਂ ਗੱਲ ਕਰਾਂਗੇ 4 ਵੀਲ ਟਰੈਕਟਰ ਦੇ ਉੱਪਰ ਕਿ ਅਕਸਰ ਦੋਸਤ ਪੁੱਛਦੇ ਰਹਿੰਦੇ ਆ ਕਿ 4 ਵੀਲ ਟਰੈਕਟਰ ਦੇ ਬਾਰੇ ਦੇ ਵਿੱਚ ਵੀ ਕੋਈ ਦੱਸੋ। ਅੱਜ ਆਪਾਂ 4 ਵੀਲ ਟਰੈਕਟਰ ਦੇ ਮੇਨ ਆਪਾਂ ਗੱਲ ਕਰਾਂਗੇ ਟਾਇਰਾਂ ਦੇ ਉੱਪਰ। ਠੀਕ ਹੈ ਜੀ, ਕਿਉਂਕਿ ਮੈਂ ਦੋਸਤਾਂ ਨੂੰ ਦੱਸਦਾ ਚੱਲਾਂ ਕਿ ਜਿਹੜੇ 4 ਵੀਲ ਡਰਾਈਵ ਦੇ ਟਰੈਕਟਰ ਹੁੰਦੇ ਨਾ, ਇਹਨਾਂ ਦੇ ਟਾਇਰਾਂ ਦਾ ਸਾਈਜ਼ ਜਿਹੜਾ ਹੁੰਦਾ ਨਾ ਜੀ, ਉਹ ਇਹਦਾ ਅਗਲੇ ਦਾ ਹੈ ਜੀ 12/4/24, ਪਿਛਲਾ ਹੈ 18/4/30 ਦੇ ਟਾਇਰ ਹੁੰਦੇ ਇਹਦੇ ਜੀ। ਠੀਕ ਹੈ ਜੀ। ਇਹਦੇ ਟਾਇਰ ਜਿਹੜੇ ਫਰੰਟ ਟਾਇਰ ਜਿਹੜੇ ਹੁੰਦੇ ਨਾ, ਇਹਦੀ ਔਰ ਪਿਛਲੇ ਟਾਇਰਾਂ ਦੀ ਜਿਹੜੀ ਇਹਦੀ ਰੇਸ਼ੋ ਹੁੰਦੀ ਨੇ 5 ਤੋਂ 7% ਹੁੰਦੀ ਆ। ਇਹਦਾ ਮਤਲਬ 5 ਤੋਂ 7% ਜਿਹੜਾ ਹੈਗਾ ਵਾ ਅਗਲਾ ਵੀਲ ਜਿਹੜਾ ਵਾ ਉਹ ਜ਼ਿਆਦਾ ਜ਼ੋਰ ਲਾਉਂਦਾ ਹੁੰਦਾ ਵਾ ਪਿਛਲੇ ਦੀ ਨਿਸਬਤ। ਠੀਕ ਹੈ ਜੀ। ਹੁਣ ਤੇ ਆਪਣੇ ਪਾਕਿਸਤਾਨ ਦੇ ਅੰਦਰ ਤੇ ਇਹ ਚੀਜ਼ ਹੈ ਨਾ ਜੀ, ਦੇਖੋ ਤੁਸੀਂ ਕਿ ਅਗਰ ਟਰੈਕਟਰ ਤੁਸੀਂ ਰੋਡ ਤੇ ਜਾ ਰਹੇ ਨਾ ਜੀ, ਇਹਦਾ ਤੁਸੀਂ ਗੇਅਰ ਕੱਢਣਾ ਵਾ, ਯਾਨੀ ਕਿ ਇਹਨੂੰ 4 ਵੀਲ ਤੋਂ ਖਤਮ ਕਰ ਦੇਣਾ ਵਾ। ਰੋਡ ਤੇ ਅਗਰ ਲੈ ਕੇ ਜਾ ਰਹੇ ਹੋ ਤੁਸੀਂ 4 ਵੀਲ ਨਹੀਂ ਲਾਣਾ, ਇਹਨੂੰ ਖੇਤ ਦੇ ਅੰਦਰ ਹੀ 4 ਵੀਲ ਲਾਣਾ, ਕਿਉਂਕਿ 4 ਵੀਲ ਜਿਹੜਾ ਹੁੰਦਾ ਨਾ ਉਹ ਹੁੰਦਾ ਵਾ ਹੱਦ 1500 RPM ਦੇ ਉੱਪਰ ਜਾ ਕੇ, ਯਾਨੀ ਕਿ 15 ਦੀ ਰੇਸ ਦੇ ਉੱਤੇ ਤੁਸੀਂ ਅਗਰ ਖੇਤ 'ਚ ਕੰਮ ਕਰਦੇ ਪਏ ਨਾ, ਉੱਥੇ ਤੁਹਾਨੂੰ ਜ਼ਰੂਰਤ ਆ 4 ਵੀਲ ਡਰਾਈਵ ਦੀ ਉੱਥੇ। ਠੀਕ ਹੈ। ਅਗਰ ਤੁਸੀਂ ਰੋਡ ਤੇ ਜਾ ਰਹੇ ਹੋ ਜਾਂ ਤੁਸੀਂ ਦੂਸਰੇ ਗੇਅਰ ਦੇ ਵਿੱਚ ਚਲਾ ਰਹੇ ਹੈਗੇ, ਉੱਥੇ 4 ਵੀਲ ਜਿਹੜਾ ਨਾ ਉਹ ਨਹੀਂ ਲਾਉਣਾ ਚਾਹੀਦਾ। ਅਗਲੇ ਟਾਇਰ ਅਗਰ ਜ਼ਿਆਦਾ ਜ਼ੋਰ ਲਾਉਂਦੇ ਆ 7%, ਇਹਨਾਂ ਦੀ ਅਗਰ ਘਸਾਈ ਵੀ ਹੋ ਜਾਏਗੀ ਨਾ ਟਾਇਰ ਦੀ, ਤਾਂ ਵੀ ਇਹਦੀ ਇਹ ਰੇਸ਼ੋ ਜਿਹੜੀ ਅਗਰ ਬਰਾਬਰ ਵੀ ਰੇਸ਼ੋ ਹੋ ਜਾਏਗੀ ਨਾ, ਤਾਂ ਵੀ ਕੋਈ ਮਸਲਾ ਬਣਦਾ ਹੈਗਾ। ਅਗਰ ਇਹਦੀ ਰੇਸ਼ੋ ਇਸ ਤੋਂ ਘੱਟ ਜਾਏਗੀ, ਉੱਥੇ ਫਿਰ ਮਸਲਾ ਬਣਦਾ ਵਾ। ਮੇਰੇ ਗੱਲ ਕਰਨ ਦਾ ਮਕਸਦ ਇਹ ਆ ਕਿ ਦੇਖੋ ਪਿੱਛੇ ਅਗਰ ਟਾਇਰ ਹੈਗਾ 18/4/30 ਦਾ ਵਾ, ਅੱਗੇ ਜਿਹੜਾ ਹੈ ਉਹ 12/4/24 ਦਾ ਟਾਇਰ, ਇਹਦੀ ਰੇਸ਼ੋ ਇਸ ਟਾਈਮ ਜਿਹੜੀ ਹੈਗੀ ਉਹ 5 ਤੋਂ 7% ਹੁੰਦੀ ਆ। ਹੁਣ ਕੰਪਨੀਆਂ ਕੀ ਕਰਦੀਆਂ ਹੈਗੀਆਂ ਵਾ, ਕਈ ਦੋਸਤ ਵੀ ਸਾਡੇ ਕਰਦੇ ਹੈਗੇ ਕਿ ਉੱਚੇ ਕੱਦ ਦਾ ਜਿਹੜਾ ਟਾਇਰ ਹੁੰਦਾ ਨਾ ਪਿਛਲਾ, ਉਹ ਦੋਸਤ ਕਹਿੰਦੇ ਵੀ ਉੱਚੇ ਟਾਇਰ ਦਾ ਉਹਦਾ ਸੋਹਣਾ ਜ਼ਰੂਰ ਲੱਗਦਾ ਉੱਚਾ ਟਾਇਰ, ਲੇਕਿਨ ਉਹਦੀ ਰੇਸ਼ੋ ਜਿਹੜੀ ਆ ਉਹ ਘੱਟ ਜਾਂਦੀ ਹੈ, ਜਿਹਦੀ ਵਜ੍ਹਾ ਤੇ ਉੱਤੇ 4 ਵੀਲ ਡਰਾਈਵ ਜਿਹੜਾ ਟਰੈਕਟਰ ਹੈਗਾ ਨਾ ਜੀ, ਉਹ ਉਹਦੇ ਵਿੱਚ ਨੁਕਸਾਨ ਕਰ ਜਾਂਦਾ ਵਾ। ਯਾਨੀ ਕਿ ਟਾਇਰ ਦੀ ਹਾਈਟ ਜਦੋਂ ਦੇਖੋ 18/4/30, 18/4 ਇੱਥੇ ਹੋ ਗਿਆ, 30 ਇਹਦਾ ਆ ਹੋ ਗਿਆ ਜੀ। ਠੀਕ ਹੋ ਗਿਆ ਜੀ। ਇਹ ਟਾਇਰ ਦਾ ਸਾਈਜ਼ ਹੁੰਦਾ ਵਾ। ਦੇਖੋ ਹੁਣ ਇੱਕ ਟਾਇਰ ਜਿਹੜਾ ਹੈਗਾ ਵਾ ਉਹਦੀ ਅਗਰ ਤੁਸੀਂ ਹਾਈਟ ਹੀ ਇੱਥੇ ਲੈ ਜਾਓਗੇ, ਉਹਦੇ ਚੱਕਰ ਵੱਧ ਗਏ ਨਾ, ਉੱਥੇ ਉਹਦੇ ਚੱਕਰ ਹੋਰ ਵੱਧ ਗਏ। ਉਹ ਟਾਇਰ ਉੱਚਾ ਪਾਉਣ ਦੇ ਨਾਲ ਤੁਹਾਡੇ ਅਗਲੇ ਜਿਹੜੇ ਹੈਗੇ ਨਾ ਉਹਦੇ ਚੱਕਰ ਜਿਹੜੇ ਆ ਨਾ ਉਹਦੇ ਨਾਲ ਮੈਚ ਨਹੀਂ ਕਰਦੇ ਹੈਗੇ। ਲਿਹਾਜ਼ਾ ਟਾਇਰ ਜਿਹੜਾ ਹੈਗਾ ਵਾ ਉਹ 18/4/30 ਦਾ ਜੈਨੂਅਨ ਜਿੱਥੇ ਟਾਇਰ ਦਾ ਸਾਈਜ਼ ਹੁੰਦਾ ਵਾ, ਉਸ ਟਾਇਰ ਦੀ ਸਾਈਜ਼ ਦੇ ਹੀ ਟਾਇਰ ਨੂੰ ਤੁਸੀਂ ਇਸਤੇਮਾਲ ਕਰੋ, ਕਿ ਉਹਨੂੰ ਤੁਸੀਂ ਉੱਚਾ ਨੀਵਾਂ ਨਾ ਕਰੋ। ਕੁਝ ਕੰਪਨੀਆਂ ਜਿਹੜੀਆਂ ਉਹਨਾਂ ਦੇ ਟਾਇਰ ਉੱਚੇ ਆ, ਕਿਸੇ ਦੇ ਨੀਵੇਂ, ਲੇਕਿਨ 18/4/30 ਦਾ ਹੀ ਟਾਇਰ ਇਸਤੇਮਾਲ ਕਰੋ, ਲੇਕਿਨ ਉਹਦੀ ਹਾਈਟ ਜਿਹੜੀ ਹੈਗੀ ਆ ਉਹ ਜਿੱਥੇ ਜੈਨੂਅਨ ਹੁੰਦੀ ਹੈ, ਜਿਹੜਾ ਸਟੈਂਡਰਡ ਸਾਈਜ਼ ਹੁੰਦਾ ਉਹਦੇ ਉੱਪਰ ਹੀ ਰੱਖਣੀ ਚਾਹੀਦੀ ਹੈ। ਅੱਛਾ ਚੌਧਰੀ ਸਾਹਿਬ, ਜਿਹੜਾ ਟਾਇਰ ਇਹਨੂੰ ਪੈਂਦਾ 12/4/24, ਹਾਂਜੀ ਹਾਂਜੀ। ਇਸ ਟਾਇਰ ਵਿੱਚ ਤੇ ਜਿਹੜਾ 240 ਦਾ ਟਾਇਰ ਦਾ ਫਰਕ ਹੁੰਦਾ 12/4/28 ਹੁੰਦਾ ਮੇਰਾ ਖਿਆਲ। ਹਾਂਜੀ। ਇਹਦੇ ਉਹਦੇ ਵਿੱਚ ਕਿੰਨਾ ਕੁ ਡਿਫਰੈਂਸ ਇਹ ਕਾਫੀ ਫਰਕ ਹੈ ਇਹਨਾਂ ਦੇ ਵਿੱਚ ਸਾਈਜ਼ ਦੇ ਵਿੱਚ। ਸਹੀ। ਹਾਂਜੀ, ਇਹਦੇ ਵਿੱਚ ਕਾਫੀ ਫਰਕ ਹੁੰਦਾ ਵਾ। ਇਹ ਉਹ ਨਹੀਂ ਪੈ ਸਕਦਾ ਇਹਨੂੰ ਟਾਇਰ? ਨਹੀਂ, ਉਹ ਨਹੀਂ ਪਾ ਸਕਦਾ। ਸਹੀ। ਹਾਂਜੀ, ਠੀਕ ਖਿਚਾਈ ਜ਼ਿਆਦਾ। ਅਗਰ ਤੁਸੀਂ ਦੇਖੋ ਵੀ ਅਗਰ ਪਿਛਲਾ ਟਾਇਰ, ਅਗਰ ਟਾਇਰ ਦੀ ਹਾਈਟ ਜ਼ਿਆਦਾ ਹੋ ਗਈ ਆ, ਠੀਕ, ਉਹ ਹਾਈਟ ਜ਼ਿਆਦਾ ਹੋ ਗਈ ਆ, ਪਿਛਲੇ ਦੇ ਤੁਹਾਡੇ ਦੇ ਚੱਕਰ ਜ਼ਿਆਦਾ ਹੋ ਗਏ, ਉਹ ਫਿਰ ਅਗਲੇ ਦੇ ਪਿਛਲਾ ਜਿਹੜਾ ਉਹ ਅਗਲੇ ਨੂੰ ਧੱਕਾ ਮਾਰੇਗਾ। 4 ਵੀਲ ਦਾ ਤਾਂ ਸਿਸਟਮ ਖਤਮ ਹੋ ਗਿਆ ਨਾ, ਉਹਨੂੰ ਤਾਂ ਸਮਾਂ ਕਿ ਅਗਲੇ ਰੇਡ ਵੀ ਧੱਕਣੇ ਔਖੇ ਹੋ ਗਏ। ਇਸ ਵਾਸਤੇ ਸਟੈਂਡਰਡ ਦੇ ਜਿਹੜਾ ਟਾਇਰ ਹੁੰਦਾ ਨਾ ਉਹੀ ਇਸਤੇਮਾਲ ਕਰਨਾ ਚਾਹੀਦਾ ਵਾ, ਇਸ ਤੋਂ ਉੱਤੇ ਨਹੀਂ ਜਾਣਾ ਚਾਹੀਦਾ। ਦੇਖੋ ਦੁਨੀਆ ਦੇ ਵਿੱਚ ਹੁਣ ਟਰੈਕਟਰ ਐਸੇ ਆ ਗਏ ਹੈਗੇ ਆ ਕਿ ਜਦੋਂ ਤੁਸੀਂ 1500 RPM ਤੇ ਜਾ ਰਹੇ ਆ ਨਾ ਕਿਤੇ ਵੀ, 1500 ਤੋਂ ਜਦੋਂ ਤੁਸੀਂ ਉੱਤੇ ਰੇਸ ਕਰਨੀ ਹੈਗੀ ਆ, ਉਹਦਾ ਆਟੋਮੈਟਿਕ 4 ਵੀਲ ਦਾ ਜਿਹੜਾ ਗੇਅਰ ਨਿਕਲ ਜਾਂਦਾ। ਲੇਕਿਨ ਸਾਡੇ ਇੱਥੇ ਇਹ ਸਿਸਟਮ ਨਹੀਂ ਹੈਗਾ ਵੀ ਉੱਚੇ ਟਾਇਰ ਪਾ ਲੈਂਦੇ ਆ ਦੋਸਤ, ਕਈ ਵੱਡੇ ਟਾਇਰ ਪਾ ਲੈਂਦੇ ਆ, ਉਹਦੇ ਉੱਤੇ ਵੀ 4 ਵੀਲ ਦੇ ਵਿੱਚ ਜ਼ਿਆਦਾ ਨੁਕਸਾਨ। ਤੁਸੀਂ ਦੇਖੋ 240 ਨੂੰ ਹੁਣ ਤੁਸੀਂ 13 ਦਾ ਟਾਇਰ ਪਾ ਲਓ, 14 ਦਾ ਛੱਡੋ 13 ਦਾ ਪਾਓ, ਉਹ ਔਖਾ ਹੋ ਜਾਂਦਾ। ਔਖਾ ਹੋ ਜਾਂਦਾ ਰੋਡ ਦੇ ਉੱਪਰ ਤਾਂ ਠੀਕ ਉਹ, ਲੇਕਿਨ ਖੇਤ ਦੇ ਅੰਦਰ ਜਿਹੜਾ ਹੈਗਾ ਉੱਤੇ ਲੋਡ ਪਏਗਾ। ਉੱਚੇ ਟਾਇਰ ਦਾ ਹਮੇਸ਼ਾ ਜਦੋਂ ਉੱਚਾ ਟਾਇਰ ਹੋਏਗਾ ਨਾ, ਕਿਸੇ ਵੀ ਚੀਜ਼ ਦਾ ਟਰੈਕਟਰ ਦਾ ਉੱਚਾ ਟਾਇਰ ਜ਼ਿਆਦਾ ਹੋ ਜਾਏਗਾ, ਉਹਦੇ ਉੱਤੇ ਤੁਹਾਡੇ ਇੰਜਨ ਦੇ ਉੱਤੇ ਲੋਡ ਪਏਗਾ। ਜਦੋਂ ਇੰਜਨ ਤੇ ਲੋਡ ਪਏਗਾ ਤੁਹਾਡਾ ਡੀਜ਼ਲ ਦਾ ਖਰਚਾ ਵੱਧ ਜਾਏਗਾ। ਇਸ ਵਾਸਤੇ ਟਾਇਰ ਕਿਸੇ ਵੀ ਕੰਪਨੀ ਦਾ ਹੈ, ਉਹਨੂੰ ਤੁਸੀਂ ਸਟੈਂਡਰਡ ਸਾਈਜ਼ ਜਿਹੜਾ ਹੈਗਾ, ਜਿਸ ਤਰ੍ਹਾਂ ਆਪਾਂ ਇੱਧਰ ਆਇਆ ਤੁਸੀਂ ਇਹ ਦੇਖੋ ਹੁਣ ਇਹ ਟਾਇਰ ਹੈ ਜੀ, ਇਹਦਾ ਇਹ ਸਟੈਂਡਰਡ ਸਾਈਜ਼ ਹੈ ਇਸ ਟਾਈਮ ਇਹ। ਠੀਕ ਹੈ ਜੀ। ਇਹ ਤੇ ਜਿਹੜਾ ਮਿਲਰ ਨੇ ਸਪੈਸ਼ਲ ਬਣਵਾਏ ਹੈਗੇ ਪੈਂਥਰ ਦੇ ਕੋਲੋਂ, ਉਹ ਟਾਇਰ ਇਹਨੂੰ ਇਸਤੇਮਾਲ ਕੀਤਾ ਗਿਆ ਵਾ। ਠੀਕ ਹੈ ਜੀ। ਅਗਰ ਇਸ ਟਾਇਰ ਦਾ ਤੁਸੀਂ ਲਾਇਆ ਵੱਧ ਜਾਏਗਾ, ਟਾਇਰ ਉੱਚਾ ਹੋ ਜਾਏਗਾ, ਫਿਰ ਜ਼ਾਹਰੀ ਗੱਲ ਇਹਦਾ ਤੋਰਾ ਵਧੇਗਾ। ਜਦੋਂ ਤੋਰਾ ਵਧੇਗਾ ਉਹ ਟਰੈਕਟਰ ਦੇ ਉੱਪਰ ਲੋਡ ਪਾਏਗਾ। ਸਹੀ। ਹਾਂਜੀ, ਮਤਲਬ ਗੁੱਡੀ ਵਧਾਉਣੀ ਹੈ ਤੁਸੀਂ ਜੋ ਸਪੈਸ਼ਲ ਪਰਪਸ ਲਈ। ਦੇਖੋ ਜੀ ਇੱਕ ਚੀਜ਼ ਦੇਖੋ, ਪਹਿਲੇ ਤੁਹਾਡੇ ਆ ਰਹੇ ਜਨਰਲ ਦੇ ਟਾਇਰ ਆ ਰਹੇ ਸੀ, ਪੈਂਥਰ ਦੇ ਟਾਇਰ ਆ ਰਹੇ ਸੀ, ਹੋਰ ਕਈਆਂ ਚੀਜ਼ਾਂ ਕਈਆਂ ਕੰਪਨੀਆਂ ਦੇ, ਉਹਨਾਂ ਦੇ ਇੱਕ ਸਟੈਂਡਰਡ ਵਾ, ਉਹ ਸਾਈਜ਼ ਜਿਹੜਾ ਨਾ ਉਹਦਾ ਪੂਰਾ ਰੱਖਦੇ ਆ।
ਹੁਣ ਟਾਇਰ ਜਿਹੜੇ ਹੈਗੇ ਆ ਕੰਪਨੀਆਂ, ਕਿਉਂਕਿ ਜ਼ਿਮੀਂਦਾਰ ਜਿਹੜੇ ਹੈਗੇ ਨਾ ਉਹ ਆਪਦੀ ਦਸ਼ਨਬਾਜ਼ੀ ਵਾਸਤੇ ਕਰਦੇ ਹੈਗੇ ਆ ਕਿ ਹਾਈਟ ਉੱਚੀ ਹੋ ਜਾਏ, ਉੱਚਾ ਟਾਇਰ ਜਿਹੜਾ ਸੋਹਣਾ ਲੱਗਦਾ ਵਾ। ਉੱਚੇ ਟਾਇਰ ਦਾ ਜਿਹੜਾ ਹੈਗੇ ਆ ਉਹ ਸੋਹਣਾ ਲੱਗਦਾ ਜ਼ਰੂਰ ਹੈ, ਲੇਕਿਨ ਉਹ ਤੁਹਾਡੇ ਟੈਸਟ ਤੇ ਵੀ ਲੋਡ ਪਾਏਗਾ, ਤੁਹਾਡੇ ਡੀਜ਼ਲ ਦਾ ਖਰਚਾ ਜਿਹੜਾ ਹੈਗਾ ਉਹ ਵੀ ਵਧਾ ਦੇਗਾ ਉੱਥੇ। ਸਹੀ। ਲਿਹਾਜ਼ਾ ਟਾਇਰ ਜਿਹੜਾ ਹੈਗਾ ਨਾ ਉਹ ਸਟੈਂਡਰਡ ਸਾਈਜ਼। ਚੌਧਰੀ ਸਾਹਿਬ ਇੱਕ ਵਾਰੀ 4x4 ਤੇ ਆਓ, ਜੀ, ਫਿਰ ਆਓ ਜੀ, ਇੱਕ ਦੋ ਆਪਾਂ ਹੋਰ ਟੈਕਨੀਕਲ ਗੱਲਾਂ ਬਾਤਾਂ ਕਰੀਏ। ਅੱਛਾ ਚੌਧਰੀ ਸਾਹਿਬ, ਜਿਹੜਾ ਇਹਦਾ ਅਗਲਾ ਟਾਇਰ ਘੁੰਮਦਾ ਵਾ, ਹਾਂਜੀ ਹਾਂਜੀ, ਉਹਦੀ ਸਪੀਡ ਜ਼ਿਆਦਾ ਹੁੰਦੀ ਹੈ ਜਾਂ ਪਿਛਲੇ ਦੀ ਹੁੰਦੀ ਅਗਲੇ ਹੈ ਟਾਇਰ ਪਹਿਲੇ ਹਾਈ ਦੇ ਵਿੱਚ? ਦੇਖੋ ਜੀ, ਅਗਲੇ ਟਾਇਰ ਜਿਹੜੇ ਨਾ ਇਹ 5 ਤੋਂ 7% ਜਿਹੜਾ ਨੇ ਜ਼ਿਆਦਾ ਜ਼ੋਰ ਲਾਉਂਦਾ, ਜ਼ਿਆਦਾ ਜ਼ੋਰ ਲਾਉਂਦੇ ਆ ਪਿਛਲੇ ਅਗਰ ਟਾਇਰ ਇਹ- ਨਾਲੋਂ। ਹਾਂਜੀ, ਪਿਛਲੇ ਟਾਇਰ ਨਾਲੋਂ। ਅਗਰ ਇਹ ਜ਼ਿਆਦਾ ਜ਼ੋਰ ਨਹੀਂ ਲਾਏਗਾ, ਪਿਛਲਾ ਟਾਇਰ ਜ਼ਿਆਦਾ ਲਾਏਗਾ, ਉਹ ਫਿਰ ਇਹਨੂੰ ਧੱਕਾ ਮਾਰੇਗਾ। ਫਿਰ ਕੋਈ ਨੁਕਸਾਨ ਵੀ ਹੋ ਸਕਦਾ ਨਹੀਂ, ਅੱਗੋਂ। ਨੁਕਸਾਨ ਨਾ ਵੀ ਹੋਵੇ, ਲੇਕਿਨ ਉਹਦੇ ਵਿੱਚ ਇਹ ਆ ਵੀ ਦੇਖੋ ਇਹਨੂੰ ਹੁਣ ਕਿੱਡਾ ਹੈਵੀ ਹੈ ਟਾਇਰ। ਹਾਂਜੀ ਠੀਕ ਹੈ ਜੀ, ਗੱਡੀਆਂ ਦੇ ਟਾਇਰ ਦੇਖੋ ਤੁਸੀਂ ਬਰਾਬਰ ਹੁੰਦੇ ਆ, ਟਰੈਕਟਰ ਨਾਲ ਟਾਇਰ ਜਿਹੜਾ ਹੁੰਦਾ ਅੱਗੇ ਛੋਟੇ ਹੁੰਦੇ ਪਿੱਛੇ ਵੱਡੇ ਹੁੰਦੇ ਆ, ਇੱਕ ਕਟਾਈ 'ਚ ਸੌਖਾ ਹੋ ਜਾਂਦਾ ਵਾ। ਇਸ ਵਾਸਤੇ ਹੁੰਦਾ ਅਗਲਾ ਟਾਇਰ ਜਿਹੜਾ ਨਾ ਇਹਦੀ ਘਸਾਈ ਜ਼ਿਆਦਾ ਹੁੰਦੀ ਆ, ਠੀਕ। ਕੁਛ ਤਾਂ ਘਸਾਈ ਹੁੰਦੀ ਆ, ਕਿਉਂਕਿ ਇਹਦੇ ਜਦੋਂ ਚੱਲਦਾ ਟਾਇਰ ਇਹਦੀ ਰੇਸ਼ੋ ਜਿਹੜੀ ਹੈਗੀ ਉਹ ਜ਼ਿਆਦਾ ਹੁੰਦੀ ਆ, ਇਹ ਜ਼ਿਆਦਾ ਚੱਲਦਾ ਵਾ। ਦੂਸਰਾ ਉੱਤੇ ਕਟਾਈ ਦੇ ਉੱਪਰ ਵੀ ਇਹ ਟੈਸਟ ਜਿਹੜਾ ਨਾ ਆਪਦੇ ਟਾਇਰ ਨੂੰ ਘਸਾਉਂਦਾ ਵਾ, ਘਸਾਉਂਦਾ ਬਿਲਕੁਲ ਜੀ। ਯਾਨੀ ਕਿ ਜਦੋਂ ਕਟਾਈ ਕਰਨੀ ਸਟੀਅਰਿੰਗ ਉੱਤੇ ਵੀ ਇਹਨੂੰ ਘਸਾਈ ਨੂੰ ਫਰਕ ਪੈਂਦਾ ਨਾ ਇਹਦੇ। ਯਾਨੀ ਕਿ ਚੌਧਰੀ ਸਾਹਿਬ ਸਾਦਾ ਜ਼ਬਾਨ ਦੇ ਵਿੱਚ ਇਹ ਹੀ ਆ ਵੀ ਜੇ ਕਹਿ ਲਓ ਵੀ ਉਹ 20 ਦਾ ਭੱਜਦਾ ਵਾ ਤੇ 24 ਭੱਜਦਾ ਵਾ, ਯਾਨੀ ਕਿ ਥੋੜੀ ਜਿਹੀ ਜ਼ਿਆਦਾ 7% ਦਾ ਜਿਹੜਾ ਨਾ 5 ਤੋਂ 7% ਦਾ, ਕਿਉਂਕਿ 5 ਤੋਂ 7% ਇਦਾਂ ਹੁੰਦਾ ਵਾ ਅਗਰ ਅਗਲਾ ਟਾਇਰ ਘਸ ਜਵੇ, ਠੀਕ ਹੈ ਜੀ, ਹਾਂਜੀ। ਤਾਂ ਵੀ ਇਹਦੀ ਰੇਸ਼ੋ ਜਿਹੜੀ ਹੈਗੀ ਹੈ ਨਾ ਉਹਦੇ ਬਰਾਬਰ ਹੋ ਸਕਦੀ ਹੈ। ਯਾਨੀ ਕਿ ਇਹਦੇ ਗੇੜੇ ਜ਼ਿਆਦਾ ਵਾ, ਹਾਂਜੀ, ਉਹਦੇ ਘੱਟ ਬਰਾਬਰ ਵਾ। ਹੋ ਸਕਦੀ ਹੈ, ਕਿਉਂਕਿ ਇਹਦਾ ਡਿਜ਼ਾਈਨ ਹੀ ਇਸ ਤਰ੍ਹਾਂ ਹੁੰਦਾ, ਇਹਦੇ ਬਰਾਬਰ ਗੇੜੇ ਹੋ ਸਕਦੇ ਆ। ਠੀਕ। ਲੇਕਿਨ ਜੇ ਤੁਸੀਂ ਕਹੋ ਵੀ ਇਹਦਾ ਟਾਇਰ ਘਸ ਜਵੇ, ਇਹਦੇ ਚੱਕਰ ਜਿਹੜੇ ਉਹਦੇ ਨਾਲ ਯਾਨੀ ਕਿ ਥੋੜੇ ਹੋ ਜਾਣਗੇ, ਥੋੜੇ। ਵੇਖੋ ਜੀ 4 ਵੀਲ ਜਿਹੜਾ ਡਰਾਈਵ ਹੁੰਦਾ ਨਾ, ਇਹਦਾ ਹੁੰਦਾ ਹੈਗਾ ਉਹ ਵੀ ਜਦੋਂ ਤੁਸੀਂ ਖੇਤ 'ਚ ਕੰਮ ਕਰਦੇ ਨਾ, ਤੁਸੀਂ ਕਿਸੇ ਵੀ ਗੇਅਰ 'ਚ ਕੰਮ ਕਰਦੇ, ਉੱਥੇ ਤੁਹਾਨੂੰ 4 ਵੀਲ ਕੰਮ ਦਿੰਦਾ ਵਾ। ਲੇਕਿਨ ਜਿਸ ਟਾਈਮ ਤੁਸੀਂ ਰੋਡ ਦੇ ਉੱਪਰ ਜਾਂਦੇ ਨਾ, ਉਹਦੇ ਉੱਤੇ ਜਦੋਂ 15 ਦੀ ਰੇਸ ਤੋਂ ਉੱਪਰ ਜਾਂਦਾ ਨਾ, ਉੱਥੇ ਫਿਰ ਨੁਕਸਾਨ ਹੁੰਦਾ ਵਾ। ਠੀਕ ਹੈ ਜੀ, ਉਹ 15 ਦੀ ਯਾਨੀ ਕਿ ਉੱਥੇ ਨਹੀਂ ਜਾਣਾ ਚਾਹੀਦਾ। ਜੀ 1500 ਦੀ ਰੇਸ ਤੋਂ ਥੱਲੇ ਜੇ ਆਪਾਂ ਫੀਲਡ 'ਚ ਵਰਕ ਕਰ ਰਹੇ ਹਾਂ ਇਹਦੇ ਨਾਲ, ਹਾਂ, ਉਹ 4 ਵੀਲ ਲਾਓ ਤੁਸੀਂ। ਉਦੋਂ ਚੱਕਰ ਮੈਚ ਨਹੀਂ ਹੁੰਦੇ। ਨਹੀਂ, ਮੈਚ ਹੁੰਦੇ ਆ, ਚੱਕਰਾਂ ਦਾ ਕੋਈ ਰੌਲਾ ਨਹੀਂ ਹੈ। ਮੇਰੇ ਗੱਲ ਕਰਨ ਦਾ ਮਤਲਬ ਹੈ ਵੀ ਇਹਨੂੰ ਖੇਤ ਦੇ ਵਿੱਚ 4 ਵੀਲ ਨੂੰ ਇਸਤੇਮਾਲ ਕਰੋ, ਰੋਡ ਦੇ ਉੱਪਰ ਨਾ ਕਰੋ, ਕਿਉਂਕਿ ਦੁਨੀਆ ਦੇ ਵਿੱਚ ਹੁਣ ਜਿਹੜੇ ਟਰੈਕਟਰ ਆਉਂਦੇ ਆ ਨਾ, ਉਹ ਜਦੋਂ 1500 RPM ਤੋਂ ਉੱਤੇ ਜਾਂਦੇ ਆ ਨਾ ਰੋਡ ਦੇ ਉੱਪਰ, ਉਹ ਆਟੋਮੈਟਿਕ ਗੇਅਰ ਨਿਕਲ ਜਾਂਦਾ ਉਹਨਾਂ ਦਾ। ਅੱਛਾ ਚੌਧਰੀ ਸਾਹਿਬ, ਇੱਕ ਹੋਰ ਥੋੜਾ ਜਿਹਾ ਸਾਡੇ ਇਲਮ 'ਚ ਇਜ਼ਾਫਾ ਕਰ ਦਿਓ। ਇਹਨੂੰ ਜਿਹੜਾ ਇੰਜਨ ਲੱਗਾ ਆਮ 85 ਵਾਲਾ ਹੀ ਆ, ਬਿਲਕੁਲ ਆਮ 85 ਵਾਲਾ ਤੇ ਆਮ 85 ਵਾਲੇ ਨੂੰ ਅਸੀਂ 4x4 ਕੰਪਨੀ ਨੇ ਕੀਤਾ, ਹਾਂਜੀ। ਤੇ ਇਹਦੇ ਕੋਈ ਇੰਜਨ ਦੇ ਉੱਤੇ ਇਜ਼ਾਫੀ ਲੋਡ ਤਾਂ ਨਹੀਂ ਆਉਂਦਾ ਇਹਦੇ ਨਾਲ? ਨਹੀਂ, ਇਹਦੇ ਇੰਜਨ ਤੇ ਇਜ਼ਾਫੀ ਲੋਡ ਨਹੀਂ ਹੁੰਦਾ। ਇਹ ਸਮਝ ਲਓ ਤੁਹਾਡੀ ਪਿੱਛੋਂ ਪੀਟੀਓ ਸ਼ਾਫਟ ਦੇ ਕਲਾ ਪੈਂਦੇ, ਉੱਥੋਂ ਹੀ ਤੁਹਾਡੀ ਸ਼ਾਫਟ ਆ ਰਹੀ ਅੱਗੇ। ਸਹੀ। ਠੀਕ ਹੈ ਜੀ, ਉਹ ਸਮਝ ਲਓ ਇਹੀ ਹੋ ਗਿਆ ਨਾ, ਜਿਸ ਤਰ੍ਹਾਂ ਆਪਾਂ ਕਰਦੇ ਹੈਗੇ ਆ ਇੰਡੀਆ ਦੇ ਵਿੱਚ ਦੇਖਦੇ ਆ ਵੀ ਉਹ ਪਿੱਛੇ ਪੀਟੀਓ ਟਰਾਲੀ ਪਾਈ ਆ, ਹਾਂਜੀ। ਉਹ ਦੇਖੋ ਕਿੰਨੀ ਆਸਾਨੀ ਦੇ ਨਾਲ ਨਿਕਲਦੀ ਹਾਂਜੀ। ਇਹ ਉਹੋ ਹੀ ਸਮਝ ਲਓ ਵੀ ਪੀਟੀਓ ਵਾਲਾ ਸਿਸਟਮ ਹੀ ਅੱਗੇ ਹੈ। ਟਾਇਰ ਵੀ ਅਗਲੇ ਟਾਇਰ ਵੀ ਹੈ, ਇਹਨਾਂ ਦੀ ਫਿਰ ਰੇਸ਼ੋ ਜਿਹੜੀ ਹੈਗੀ ਆ ਉਹਨਾਂ ਨੇ ਕੱਢੀ ਹੁੰਦੀ ਹੈ। ਇਹ ਦੇਖੋ ਜੀ 2021 ਦਾ ਮਾਡਲ ਆ, ਉਹਦਾ ਅੱਜ ਆਪਾਂ ਖੋਲਿਆ ਵਾ, ਉਹ ਵੀ ਆਪਣਾ ਉਹਦਾ ਹੋ ਗਿਆ ਸੀ ਸਲੀਪ ਫਿਰ ਗਿਆ ਸੀ ਥੱਲਿਓ, ਉਹ ਖੋਲਿਆ ਵਾ। ਇਹ 2022 ਦਾ ਮਾਡਲ ਜੈਨੂਇਨ ਹਾਲਤ ਦੇ ਵਿੱਚ ਕਿਤੋਂ ਬਿਲਕੁਲ ਨਹੀਂ ਖੁੱਲਿਆ ਇਹ। ਅਗਰ ਤੁਸੀਂ ਇਹਦਾ ਆਇਲ ਜਿਹੜਾ ਵਾ ਉਹ ਟਾਈਮ ਦੇ ਨਾਲ ਚੇਂਜ ਕਰਦੇ ਆ ਤੁਸੀਂ, ਤੇ ਟਰੈਕਟਰ ਦੇ ਇੰਜਨ ਨੂੰ ਜਾਂ ਕੁਝ ਨਹੀਂ ਹੁੰਦਾ। ਦੇਰ ਬਾਅਦ ਕਿੰਨੇ ਘੰਟੇ ਕਰਦੇ? ਇਹ ਤੇ ਦੇਖੋ ਜੀ ਇਹਨਾਂ ਦੇ ਮੀਟਰ ਚੱਲਣੇ ਚਾਹੀਦੇ ਆ, ਹਰ 100 ਘੰਟੇ ਬਾਅਦ ਅੱਛੀ ਕੰਪਨੀ ਦਾ ਕੋਈ ਵੀ ਆਇਲ ਜਿਹੜਾ ਨਾ ਉਹ ਇਸਤੇਮਾਲ ਕਰੋ। ਫਿਲਟਰ ਜਿਹੜਾ ਹੈਗਾ ਵਾ ਉਹ ਜੈਨੂਇਨ ਹੀ ਲਾਓ ਸਾਰੇ ਟਰੈਕਟਰਾਂ ਨੂੰ ਤੁਸੀਂ ਆਪਣੇ ਨੂੰ, ਜਿਹੜਾ ਵੀ ਹੈ। ਤੇ ਇਹ ਕੁਝ ਵੀ ਨਹੀਂ। ਜਿਹੜਾ ਟਾਇਰ ਪਾਏਗਾ ਨਾ, ਅਗਰ ਕੰਪਨੀ ਨੇ ਇਹਨੂੰ ਦੇਤਾ ਹੈਗਾ ਵਾ 18 ਦਾ ਟਾਇਰ, ਅਗਰ ਇੱਥੇ ਤੁਸੀਂ 16 ਦਾ ਟਾਇਰ ਪਾਓਗੇ, ਜਦੋਂ ਤੁਸੀਂ ਗਿੱਲੀ ਜ਼ਮੀਨ ਆਉਂਦੇ ਅਕਸਰ ਦੇਖਿਆ ਨਾ, ਛੋਟਾ ਟਾਇਰ ਉਹ ਸਲਿੱਪ ਕੱਢੀ ਜਾਂਦਾ। ਛੋਟੇ ਟਾਇਰ ਦਾ ਵੀ ਨੁਕਸਾਨ ਵਾ ਤੇ ਵੱਡੇ ਟਾਇਰ ਦਾ ਵੀ ਨੁਕਸਾਨ ਹੈ। ਸਹੀ। ਜਿਹੜਾ ਸਟੈਂਡਰਡ ਸਾਈਜ਼ ਹੈਗਾ ਵਾ ਤੁਸੀਂ ਉਹਨੂੰ ਦੇਖੋ। ਤੁਸੀਂ ਗੋਰੇ ਦਾ ਟਰੈਕਟਰ ਦੇਖ ਲਓ, 398 ਦੇਖ ਲਓ, 399 ਦੇਖ ਲਓ, ਉਹਨਾਂ ਦੇ ਤੁਸੀਂ ਟਾਇਰ ਸਾਈਜ਼ ਚੈੱਕ ਕਰ ਲਓ। ਤੁਸੀਂ ਕਿਹੜਾ